ਸਤਿ ਸ਼੍ਰੀ ਅਕਾਲ ਜੀ, ਚੈਨਲ ਤੇ ਸਵਾਗਤ ਹੈ ਤੁਹਾਡਾ। ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਗੱਲਬਾਤ ਦਾ, ਜਿਹੜੀ ਸੰਗਰੂਰ ਦੇ ਵਿੱਚ ਜਿਹੜੀ MP ਦਾ ਇਲੈਕਸ਼ਨ ਹੋਇਆ ਹੈਗਾ, ਜਿਮਨੀ ਚੋਣਾਂ ਹੋਈਆਂ ਹੈਗੀਆਂ, ਜਿਹਦਾ ਕਿ ਸਿਮਰਨਜੀਤ ਸਿੰਘ ਮਾਨ ਜੀ ਹੋਣੀ ਜਿਹੜੀ ਉਹ ਸੀਟ ਜਿੱਤੀ ਹੈਗੀ ਹੈ। ਸਾਡੇ ਨਾਲ ਸਤਨਾਮ ਜਲਾਲਪੁਰ ਜੀ ਤੋਂ ਹੈਗੇ ਹੈ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੀ ਇੱਕ ਬਹੁਤ ਵਧੀਆ ਸੀਟ ਮੰਨੀ ਜਾਂਦੀ ਸੀਗੀ, ਲਗਾਤਾਰ ਭਗਵੰਤ ਮਾਨ ਜੀ ਉੱਥੋਂ ਜਿੱਤਦੇ ਰਹੇ ਹੈਗੇ ਆ, ਆਖਿਰਕਾਰ ਉਹ ਸੀਟ ਹਾਰਨ ਦਾ ਕਾਰਨ ਕੀ ਰਿਹਾ ਹੈਗਾ, ਵਿੱਚ ਜੋ ਵੀ ਪੁਆਇੰਟ ਆਉਂਦੇ ਹੈਗੇ। ਸਰ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਰਾਮ ਲਾਲ ਜੀ, ਜਸਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਰ ਆਪਾਂ ਗੱਲਬਾਤ ਸ਼ੁਰੂ ਕਰੀਏ, ਕਿੱਥੇ ਕਮੀ ਰਹਿ ਗਈ ਕਿ ਜਿਹੜਾ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈਗੀ ਪੰਜਾਬ ਦੇ, ਫਿਰ ਵੀ ਉਹ ਜਿਹੜੀ ਜਿਮਨੀ ਚੋਣ ਜਿਹੜੀ ਸੰਗਰੂਰ ਦੀ ਹੈ ਉਹ ਸੀਟ ਹਾਰ ਗਏ ਅਤੇ ਸਿਮਰਨਜੀਤ ਸਿੰਘ ਮਾਨ ਜੀ ਜਿੱਤ ਗਏ। ਦੇਖੋ ਰਾਮ ਲਾਲ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਅਗਰ ਕੋਈ ਪਾਰਟੀ ਸੱਤਾ 'ਚ ਹੈਗੀ ਹੈ ਫਿਰ ਵੀ ਸੀਟ ਹਾਰ ਜਾਂਦੇ ਆ ਤਾਂ ਉਹ ਥੋੜ੍ਹਾ ਜਿਹਾ ਔੜ ਲੱਗਦਾ ਹੈ। ਯੂਜੂਅਲੀ ਤਾਂ ਹੁੰਦਾ ਨਹੀਂ ਹੈ, ਪਰ ਤੁਸੀਂ ਦੇਖਿਆ ਹੋਣਾ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਹੈ, ਉਹਦੀ ਇੰਨੀ ਨੈਗੇਟਿਵਿਟੀ ਸਾਰੀਆਂ ਪਾਰਟੀਆਂ ਨੇ ਮਿਲ ਕੇ ਫੈਲਾਈ। ਜੋ ਮੇਰੀ ਆਬਜ਼ਰਵੇਸ਼ਨ ਹੈ, ਮੈਂ ਕਿਸੇ ਦੀ ਨਹੀਂ ਕਰਦਾ, ਮੈਂ ਆਪਣੀ ਜੋ ਆਬਜ਼ਰਵੇਸ਼ਨ ਹੈ, ਤਾਂ ਉਹਦੇ 'ਚ ਇਹਨਾਂ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਉਲਝਾਇਆ ਜਾਵੇ, ਜਦਕਿ ਮੇਰਾ ਖਿਆਲ ਕਿ ਉਹ ਪਾਰਟੀ ਲੈਵਲ 'ਤੇ ਕੋਈ ਇੰਨਾ ਬੜਾ ਇਸ਼ੂ ਨਹੀਂ ਸੀਗਾ। ਕਿਉਂਕਿ ਮੈਂ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ, ਜਦੋਂ ਵੀ ਕੱਦੂ ਘਰ ਹਫ਼ਤਾ ਹੁੰਦਾ ਹੈ, ਤੁਸੀਂ ਪੁਰਾਣਾ ਰਿਕਾਰਡ ਕੱਢ ਲਓ, ਸਾਰਿਆਂ ਦੀ ਸਿਕਿਉਰਿਟੀ ਜਿਹੜੀ ਥੋੜ੍ਹੀ ਵਾਪਸ ਲਈ ਜਾਂਦੀ ਹੈ। ਅਤੇ ਉਹਨਾਂ ਨੇ ਇਹਨੂੰ ਇਹਦੇ ਨਾਲ ਜੋੜ ਦਿੱਤਾ, ਕਿਉਂਕਿ 2 ਦਿਨ ਪਹਿਲਾਂ ਲਈ ਸੀਗੀ ਤਾਂ ਸਾਰਿਆਂ ਨੇ ਇਹਦੇ ਨਾਲ ਜੋੜ ਦਿੱਤਾ, ਅਤੇ ਉਹ ਤਾਂ ਸ਼ਾਇਦ ਨੈਗੇਟਿਵਿਟੀ ਫੈਲਾ ਕੇ। ਪਰ ਉਹਦੇ 'ਚ ਹੋਇਆ ਕੀ ਹੈ, ਜਿਹੜਾ ਪਿਛਲੇ ਇਲੈਕਸ਼ਨ ਦੇ ਨਾਲ ਕੰਪੇਰੀਜ਼ਨ ਕਰੀਏ, ਕਿਉਂਕਿ ਹਰ ਇਲੈਕਸ਼ਨ ਦੀ ਰੂਪ ਰੇਖਾ ਅਲੱਗ ਹੁੰਦੀ ਹੈ। MP ਦਾ ਇਲੈਕਸ਼ਨ ਹੈ, ਉਹਦੀ ਅਲੱਗ ਰੂਪ ਰੇਖਾ ਹੈ। ਜੇ MLA ਦਾ ਹੁੰਦਾ ਹੈ ਤਾਂ ਉਹਦੀ ਅਲੱਗ ਸਿਸਟਮ ਹੁੰਦਾ ਹੈ, ਅਤੇ ਜੇ ਜਿੱਦਾਂ ਛੋਟੇ ਇਲੈਕਸ਼ਨ ਆਉਂਦੇ ਹੈ ਉਹਦੀ ਥੋੜ੍ਹਾ ਜਿਹਾ ਉਹ ਪ੍ਰਭਾਵ ਅਲੱਗ ਹੁੰਦਾ ਹੈ। ਸੋ ਜੇ ਅਸੀਂ ਇਹਨੂੰ ਕੰਪੈਰੀਜ਼ਨ ਕਰੀਏ, ਜਿਹੜੇ ਪਿਛਲੇ ਲੋਕ ਸਭਾ ਦਾ ਇਲੈਕਸ਼ਨ ਹੋਇਆ ਜਿੱਥੇ ਭਗਵੰਤ ਮਾਨ ਜੀ ਨੇ ਲਗਭਗ 2 ਲੱਖ ਵੋਟ ਜਿੱਤਿਆ, ਅਤੇ ਉਹਦੇ ਨਾਲ ਜਿੰਨੀ ਵੋਟ ਪਈ ਸੀਗੀ ਉਹਦੇ ਨਾਲੋਂ ਲਗਭਗ 2% ਵੋਟ ਜਿਹੜੀ ਹੈ ਸਾਡੀ ਘਟੀ ਹੈ। 37% ਤੋਂ ਕੁਛ ਪਰਸੈਂਟ ਸੀ ਤੇ 35% ਆਈ ਹੈ। ਕੋਈ ਬਹੁਤ ਜ਼ਿਆਦਾ ਵੋਟ ਪਰਸੈਂਟੇਜ ਕਦੀ ਨਹੀਂ ਹੈ, ਪਰ ਇਹ ਵੀ ਨਾ ਯਾਦ ਰੱਖਿਆ ਜਾਵੇ ਕਿ ਬਾਕੀ ਪਾਰਟੀਆਂ ਦੀ ਜਿਹੜੀਆਂ ਤਿੰਨੋਂ ਟ੍ਰੈਡੀਸ਼ਨਲ ਪਾਰਟੀਆਂ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਹੈ, ਚਾਹੇ BJP ਹੈ, ਤਿੰਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਜ਼ਬਤ ਹੋਈ ਹੈ। ਸੋ ਉਹਨਾਂ ਦੀ ਵੋਟ ਪਰਸੈਂਟੇਜ ਦੇਖੀ ਜਾਵੇ ਤਾਂ ਡਰਾਸਟਿਕਲੀ ਬਹੁਤ ਜ਼ਿਆਦਾ ਥੱਲੇ ਆਈ ਹੈ। ਖੁਸ਼ ਤਾਂ ਹੋ ਰਹੇ ਹੋ ਕਿ ਹਾਂਜੀ ਆਮ ਆਦਮੀ ਪਾਰਟੀ ਹਾਰ ਗਈ, ਲੇਕਿਨ ਆਪਣੇ ਮੰਜੇ ਥੱਲੇ ਸੋਟੀ ਫੈਰਨੀ ਚਾਹੀਦੀ ਹੈ ਕਿ ਸਾਡਾ ਗ੍ਰਾਫ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ। ਅੱਜ ਸੁਖਬੀਰ ਬਾਦਲ ਜੀ ਮੈਂ ਦੇਖਿਆ 2 ਦਿਨ ਪਹਿਲਾਂ ਕਹਿੰਦੇ ਨਹੀਂ ਕਿ ਸਾਡੀ ਸੀਟ ਜਿੱਤੀ ਵੀ ਹੈ, ਅਸੀਂ ਜਿੱਤਾਂਗੇ, ਅਸੀਂ ਇੱਦਾਂ ਕਰਾਂਗੇ, ਪਰ 5ਵੇਂ ਨੰਬਰ 'ਤੇ ਆਏ ਹੈ। ਇਕੱਲੀ ਜਿੰਨੀ ਵੋਟ ਚਾਹੀਦੀ ਹੈ ਜ਼ਮਾਨਤ ਬਚਾਉਣ ਲਈ, ਉਦੋਂ ਵੀ ਲਗਭਗ ਅਸੀਂ ਕਹਿ ਸਕਦੇ 50-55% ਦੇ ਆਏ ਹੈ। ਸੋ ਉਹਨਾਂ ਨੂੰ ਆਪਣੀਆਂ ਉਹਦੇ ਬਾਰੇ ਸੋਚਣਾ ਚਾਹੀਦਾ। ਸੋ ਮੇਰਾ ਖਿਆਲ ਆਮ ਆਦਮੀ ਪਾਰਟੀ ਦੀ ਜੇ ਪਰਸੈਂਟੇਜ ਦੇਖੀਏ ਤਾਂ ਬਹੁਤ ਜ਼ਿਆਦਾ ਥੱਲੇ ਨਹੀਂ ਆਈ, ਥੱਲੇ ਆਈ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਸੀਟ ਅਸੀਂ ਲੂਜ਼ ਕੀਤੀ, ਫਿਰ ਵੀ ਕਿੱਦਾਂ ਮੰਨਦੇ ਆ ਤੁਸੀਂ, ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਤਾਂ ਰਹੀ ਹੋਣੀ। ਜਿੱਦਾਂ ਤੁਸੀਂ ਚੱਲਦੇ ਕਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਜਿਹੜੀ ਡੈਥ ਹੋ ਗਈ ਜਾਂ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਹੈ, ਬਹੁਤ ਵੱਡਾ ਇਸ਼ੂ ਰਿਹਾ ਕਿ ਸਿਕਿਉਰਿਟੀ ਵਾਪਸ ਲਈ, ਡੈਥ ਹੋ ਗਈ, ਇਹ ਵੀ ਇੱਕ ਇਫੈਕਟ ਪਿਆ ਜਿਹੜਾ ਕਿ ਇਸੇ ਪਾਸੇ ਨੂੰ ਝੁਕਾਅ ਹੋ ਗਿਆ। ਨਹੀਂ, ਹਾਂ, ਕੁਛ ਨਾ ਕੁਛ ਇਹਦਾ ਫਰਕ ਅਸੀਂ ਇਹ ਕਹਿ ਸਕਦੇ ਕਿ ਫਰਕ ਨਹੀਂ ਪਿਆ। ਇਹਦਾ ਜਿੰਨਾ ਕੂੜ ਪ੍ਰਚਾਰ ਬਾਕੀ ਸਾਡੀਆਂ ਵਿਰੋਧੀ ਪਾਰਟੀਆਂ ਨੇ ਕੀਤਾ ਹੈ, ਉਹਦੇ ਨਾਲ ਫਰਕ ਪਿਆ। ਜਿਹੜੀ ਵੋਟ ਪਰਸੈਂਟੇਜ ਘਟੀ ਹੈ ਉਹ ਘਟੀ ਹੈ, ਅਦਰਵਾਈਜ਼ ਸਾਡੀ ਵੋਟ ਪਰਸੈਂਟੇਜ ਜਿਹੜੀ ਹੈ ਉਹ ਵਧਣੀ ਚਾਹੀਦੀ ਸੀਗੀ। ਅਗਰ ਇਹ ਇੰਸੀਡੈਂਸ ਨਾ ਹੋਇਆ ਹੁੰਦਾ ਤਾਂ ਸ਼ਾਇਦ ਬਹੁਤ ਆਰਾਮ ਨਾਲ ਜਿਹੜੀ ਸੀਟ ਹੈ ਕੱਢੀ ਜਾ ਸਕਦੀ ਸੀ। ਉਹਦਾ ਫਰਕ ਥੋੜ੍ਹਾ ਬਹੁਤ ਪਿਆ। ਕਿਤੇ ਨਾ ਕਿਤੇ 2-4 ਦਿਨ ਪਹਿਲਾਂ ਜਿੱਦਾਂ ਅਨਮੋਲ ਗਗਨ ਮਾਨ ਜਿਹੜੇ ਤੁਹਾਡੇ ਹੈਗੇ, ਉਹਨਾਂ ਨੇ ਤਾਂ ਇਹ ਕਿਹਾ ਸੀਗਾ ਕਿ ਜਿਹੜੀ ਸੰਗਰੂਰ ਹੈ ਸੀਟ ਹੈ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ, ਪਰ ਫਿਰ ਵੀ ਹਾਰ ਗਏ। ਨਹੀਂ, ਚਲੋ ਦੇਖੋ ਇੱਦਾਂ ਵੀ ਸਾਰਿਆਂ ਦੀ ਆਪਣੀ ਐਗਜ਼ੈਂਪਸ਼ਨ ਹੁੰਦੀ ਹੈ, ਆਸ ਹੁੰਦੀ ਹੈ, ਉਹਦੇ ਬੇਸ ਨਾਲ ਹੀ ਜਿਹੜਾ ਹਰ ਬੰਦਾ ਕੈਲਕੂਲੇਟ ਕਰਦਾ। ਹੁਣ ਕਹਿਣ ਨੂੰ ਤਾਂ 2 ਦਿਨ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਸੀ ਜਿੱਤਾਂਗੇ ਅਸੀਂ, ਪਰ ਉਹ ਬਹੁਤ ਮਜ਼ਾਕ ਲੱਗਦਾ ਸੀਗਾ। ਦੇਖੋ 7000 ਵੋਟ ਦਾ ਮਾਰਜਨ ਨਾਲ ਹਾਰ ਜਾਣਾ ਮੇਰੇ ਖਿਆਲ ਤੋਂ ਬਹੁਤ ਇੰਨਾ ਬੜਾ ਮਾਰਜਨ ਨਹੀਂ ਹੈ ਜਿਹਦੇ ਨਾਲ ਹਾਰੇ ਹੈ, ਅਤੇ ਹਾਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਔਰ ਖੜੇ ਮੱਥੇ ਸਾਰੀਆਂ ਪਾਰਟੀਆਂ ਨੇ ਆਪਣੀ ਹਾਰ ਜਿਹੜੀ ਹੈ ਬਾਕੀ ਸੈੱਟ ਕੀਤੀ ਹੈ। ਕਿਤੇ ਨਾ ਕਿਤੇ ਜਿੱਦਾਂ ਗੱਲਬਾਤ ਚੱਲਦੀ ਰਹਿੰਦੀ ਸੀ, ਚੈਨਲਾਂ 'ਤੇ ਚੱਲਦੀ ਰਹਿੰਦੀ ਸੀ ਕਿ ਜਿਹੜਾ ਇਸ ਵਾਰੀ ਸੰਗਰੂਰ ਦੀ ਸੀਟ ਹੈ ਸਿਮਰਨਜੀਤ ਸਿੰਘ ਮਾਨ ਦੀ ਹੈ, ਸਿਮਰਨਜੀਤ ਸਿੰਘ ਮਾਨ, ਔਰ ਉਹ ਸੱਚ ਵੀ ਹੋਇਆ। ਬਿਲਕੁਲ, ਕਿਵੇਂ ਦੇਖਦੇ ਹਾਂ? 23 ਸਾਲ ਬਾਅਦ ਮਾਨ ਸਾਹਿਬ ਲਾਸਟ ਜਿਹੜਾ ਹੈ 1999 ਦੇ ਵਿੱਚ ਸੀਟ ਜਿੱਤੇ ਸੀਗੇ, ਉਸ ਤੋਂ ਬਾਅਦ 23 ਸਾਲ ਦੇ ਬਾਅਦ ਉਹ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ ਹੈ। ਕੋਈ ਸ਼ੱਕ ਵਾਲੀ ਗੱਲ ਨਹੀਂ। ਕਿਤੇ ਨਾ ਕਿਤੇ ਤਾਂ ਲੋਕ ਤਾਂ ਇਹ ਵੀ ਕਹਿੰਦੇ ਸੀ, ਜਿੱਦਾਂ ਪਾਰਟੀਆਂ ਤੁਹਾਡੀ ਵੀ ਕਹਿ ਰਹੇ ਸੀ ਕਿ ਇਹ ਤਾਂ ਚੱਲਿਆ ਹੋਇਆ ਕਾਰਤੂਸ ਹੈ।
ਚਲੋ ਜਦੋਂ ਇਲੈਕਸ਼ਨ ਹੁੰਦਾ ਰਾਮ ਲਾਲ ਜੀ, ਜਦੋਂ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਉੱਪਰ ਆਪਣੇ ਆਪਣੇ ਤਰੀਕੇ ਦੇ ਨਾਲ ਵਿਅੰਗ ਕੱਸਦੀਆਂ, ਠੀਕ ਹੈ ਜੀ। ਸੋ ਉਹ ਤਾਂ ਲੋਕਾਂ ਦਾ ਫਤਵਾ ਹੁੰਦਾ, ਲੋਕ ਕਿੱਧਰ ਨੂੰ ਜਾ ਰਹੇ, ਲੋਕਾਂ ਨੇ ਕਿਸ ਬੇਸ ਨੂੰ ਦੇਖ ਕੇ ਵੋਟਾਂ ਪਾਈਆਂ, ਉਹ ਲੋਕਾਂ ਦਾ ਫਤਵਾ ਸਾਰਾ ਮੌਜੂਦ ਹੈ। ਵਿੱਚ ਤਾਂ ਲੋਕ ਇੱਦਾਂ ਵੀ ਕਹਿੰਦੇ ਹੈਗੇ ਕਿ 3 ਮਹੀਨੇ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੀ ਕਾਰਗੁਜ਼ਾਰੀ ਕੀਤੀ ਹੈ ਉਹਦਾ ਰਿਜ਼ਲਟ ਇਹ ਮਿਲਿਆ। ਦੇਖੋ ਇਸ ਤਰ੍ਹਾਂ ਕਿ 92 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ, ਲੋਕਾਂ ਨੇ ਬਹੁਤ ਬੜੇ ਮਾਰਜਨ ਦੇ ਨਾਲ ਜਿਹੜਾ ਸਰਕਾਰ ਬਣਾਈ ਸੀਗੀ, ਔਰ ਉਸੇ ਤਰੀਕੇ ਨਾਲ ਲੋਕਾਂ ਦੀ ਜਿਹੜੀਆਂ ਆਸਾਂ ਉਮੀਦਾਂ ਉਹ ਵੀ ਇੰਨੀਆਂ ਸੀਗੀਆਂ ਵੀ ਇੰਨੀ ਛੇਤੀ ਕੰਮ ਹੋ ਜਾਏ। ਹਾਲਾਂਕਿ ਬਹੁਤ ਕਾਮਨ ਲੋਕ ਹੈ ਜਿਹੜੇ ਕਿ ਪੋਲੀਟਿਕਸ ਵਿੱਚ ਨਹੀਂ ਹੈ, ਉਹਨਾਂ ਦੀ ਕਈ ਵਾਰ ਚੀਜ਼ ਦੇ ਵਿਚਾਰ ਸੁਣੇ, ਉਹ ਕਹਿੰਦੇ ਯਾਰ ਸਾਨੂੰ ਕਮ ਸੇ ਕਮ 6 ਮਹੀਨੇ 8 ਮਹੀਨੇ ਐਟਲੀਸਟ ਜਿਹੜਾ 2022 ਹੈ ਇਹ ਦੇਣਾ ਚਾਹੀਦਾ ਪਾਰਟੀ ਨੂੰ, ਤਾਂ ਕਿ ਉਹ ਸਾਰਾ ਸਿਸਟਮ ਬਣਾ ਸਕੇ। ਇਹਨੂੰ ਜਿਹੜਾ ਇੰਨੇ ਸਾਲਾਂ ਤੋਂ ਸਿਸਟਮ ਖਰਾਬ ਹੋਇਆ ਉਹ ਲੀਹਾਂ 'ਤੇ ਲੈ ਕੇ ਆਉਣ ਦੇ ਲਈ। ਸੋ ਕਿਤੇ ਨਾ ਕਿਤੇ ਲੋਕਾਂ ਦੀਆਂ ਉਮੀਦਾਂ ਬਹੁਤ ਜਲਦੀ ਸੀਗੀਆਂ ਵੀ ਸਾਨੂੰ ਆਹ ਵੀ ਹੋਣਾ ਚਾਹੀਦਾ, ਆਹ ਵੀ ਹੋਣਾ ਚਾਹੀਦਾ। ਸੋ ਥੋੜ੍ਹਾ ਟਾਈਮ ਜ਼ਰੂਰ ਲੱਗਦਾ ਹੈ, ਇਸ ਕਰਕੇ ਥੋੜ੍ਹੇ ਲੋਕਾਂ ਦੇ ਵਿੱਚ ਉਹਦੀ ਨਾਰਾਜ਼ਗੀ ਹੋ ਸਕਦੀ ਵੀ ਹਜੇ ਇਹਨਾਂ ਨੇ ਟਾਈਮ ਲਾਤਾ ਜਾਂ ਨਹੀਂ ਹੋਏਗਾ, ਲੇਕਿਨ ਥੋੜ੍ਹਾ ਟਾਈਮ ਪੈਣ ਦਿਓ, ਤੁਹਾਡੇ ਸਾਹਮਣੇ ਜਿਹੜਾ ਹੈ ਉਹ ਆ ਜਾਏਗਾ। ਸਰ ਬਲਾਚੌਰ ਦੀ ਪੂਰੀ ਟੀਮ ਨੇ ਤਾਂ ਮੇਰਾ ਖਿਆਲ ਕੋਈ ਕਸਰ ਛੱਡੀ ਨਹੀਂ ਜਾ ਕੇ ਇਹਨੇ। ਬਿਲਕੁਲ ਸੁਣ 'ਚ ਆਇਆ, ਸਾਨੂੰ ਦੇਖਿਆ ਵੀ ਅਸੀਂ। ਬਿਲਕੁਲ ਤੁਸੀਂ ਤਾਂ ਮੈਨੂੰ ਲੱਗਦਾ 10 ਦਿਨ ਜਾਂ 15 ਦਿਨ ਪਹਿਲਾਂ ਹੀ ਜਾ ਕੇ ਡੇਰੇ ਲਾਏ ਸੀਗੇ। ਨਹੀਂ 10-15 ਦਿਨ ਪਹਿਲਾਂ ਮੈਡਮ ਸੰਤੋਸ਼ ਰਾਜਾ ਜੀ ਗਏ ਸੀ। ਅੱਛਾ ਜੀ। ਉਹਨਾਂ ਦੀ ਡਿਊਟੀ ਧੂਰੀ ਲੱਗੀ ਸੀਗੀ, ਸਾਡੀ ਜਿਹੜੀ ਹੈ ਉਹ ਮਲੇਕੋਟਾ ਲੱਗੀ ਸੀਗੀ, ਅਤੇ ਸਾਰਿਆਂ ਨੇ ਜਿੰਨਾ ਕਿਸੇ ਕੋਲ ਟਾਈਮ ਸੀਗਾ ਸਾਰਿਆਂ ਨੇ ਆਪਣਾ ਕੋਸ਼ਿਸ਼ ਕੀਤੀ ਹੈ ਆਪਣੇ ਕੋਲ ਬੈਸਟ ਦੇਣ ਦੀ, ਅਤੇ ਬਾਕੀ ਤਾਂ ਲੋਕਾਂ ਦੀ ਮਰਜ਼ੀ ਹੈਗੀ। ਤੁਹਾਡੇ ਹਿਸਾਬ ਨਾਲ ਜਿੱਦਾਂ 3 ਮਹੀਨੇ ਦੇ ਵਿੱਚ ਕਹਿੰਦੇ ਸੀ ਜਿਹੜਾ ਨਸ਼ਾ ਚਿੱਟਾ ਹੈ ਬਹੁਤ ਘੱਟ ਜਾਣਾ, ਪਰ ਲੋਕਾਂ ਦੇ ਵਿੱਚ ਤਾਂ ਹਰ ਰੋਜ਼ ਕੋਈ ਨਾ ਕੋਈ ਇੱਦਾਂ ਦੀ ਅਫਵਾਹ ਹੁੰਦੀ ਹੈ ਜਾਂ ਦੇਖਣ ਨੂੰ ਵੀ ਮਿਲਦਾ ਹੈਗਾ, ਹਰ ਜਗ੍ਹਾ ਕਿਤੇ ਨਾ ਕਿਤੇ ਚਿੱਟੇ ਦੀ ਜਿਹੜੀ ਬਿਮਾਰ ਜ਼ਿਆਦਾ ਮਿਲਦੀ ਹੈ। ਨਹੀਂ ਦੇਖੋ ਕੋਈ ਫੈਕਟ ਕਰੀਏ, ਅਸੀਂ ਇਹ ਨਹੀਂ ਕਹਿ ਸਕਦੇ ਕਿ ਚਿੱਟਾ ਪਹਿਲਾਂ ਨਾਲੋਂ ਵਧਿਆ ਹੈ ਜਾਂ ਨਸ਼ਾ ਪਹਿਲਾਂ ਨਾਲੋਂ ਵਧਿਆ, ਔਰ ਬਲਕਿ ਸਰਕਾਰ ਇੱਦਾਂ ਦੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ। ਹੁਣ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਆ ਰਹੀ ਹੈ ਉਹਦੇ 'ਚ ਜਿਹੜੀ ਐਕਸਾਈਜ਼ ਹੈ ਉਹ 350 ਤੋਂ ਘਟਾ ਕੇ 150% ਕਰਦੀ ਹੈ, ਔਰ ਉਹ ਇੰਨੀ ਸਸਤੀ ਹੋ ਰਹੀ ਹੈ ਤਾਂ ਕਿ ਉਹ ਜਿਹੜੀ ਬਾਹਰੋਂ ਸਮਗਲਿੰਗ ਹੁੰਦੀ ਉਹ ਬੰਦ ਹੋ ਜਾਵੇ। ਪੰਜਾਬ ਦੇ ਵਿੱਚ ਨੋ ਡਾਊਟ, ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਕਿ ਪੰਜਾਬ ਨਾਲੋਂ ਜ਼ਿਆਦਾ ਜਿਹੜੀ ਐਕਸਾਈਜ਼ ਹੈ ਉਹ ਹਰਿਆਣਾ 'ਚ ਇਕੱਠੀ ਹੁੰਦੀ ਹੈ। ਉਹਦਾ ਕੁਛ ਕਾਰਨ ਇਹ ਹੋ ਸਕਦਾ, ਤਾਂ ਇਸ ਕਰਕੇ ਸਾਡੀ ਸਰਕਾਰ ਨੇ ਜਿਹੜਾ ਉਹ ਟੈਕਸ ਕਾਫੀ ਘਟਾਇਆ, ਉਹਦੇ 'ਚ ਐਕਸਾਈਜ਼ ਕਾਫੀ ਘਟਾਈ ਹੈ, ਜਿਹਦੇ ਨਾਲ ਕਿ ਬਾਹਰੋਂ ਜਿਹੜੀ ਸਮਗਲਿੰਗ ਹੁੰਦੀ ਹੈ ਉਹਦੇ ਰੇਟ ਜਿਹੜੇ ਨਾਲ ਦੀਆਂ ਸਟੇਟਾਂ ਦੇ ਚੰਡੀਗੜ੍ਹ ਦੇ ਜਾਂ ਉਹਦੇ ਬਰਾਬਰ ਲੈ ਕੇ ਆਏ ਹੈ, ਤਾਂ ਕਿ ਉਹ ਬਾਹਰੋਂ ਜਿਹੜੀ ਸਮਗਲਿੰਗ ਹੁੰਦੀ ਹੈ ਜਾਂ ਜਿਹੜੀ ਨਜਾਇਜ਼ ਲੈ ਕੇ ਆਉਂਦੇ ਆ ਉਹ ਬੰਦ ਹੋ ਜਾਵੇ। ਅਤੇ ਉਹਦੇ ਨਾਲ ਜਿਹੜਾ ਹੁਣ ਮਾਲੀਆ ਇਕੱਠਾ ਹੋਏਗਾ ਤਾਂ ਉਹ ਸਰਕਾਰ ਦਾ ਹੋਏਗਾ। ਉਹਦੇ ਨਾਲ ਜਿਹੜੀ ਐਕਸਾਈਜ਼ ਘਟਾਉਣ ਦੇ ਬਾਵਜੂਦ ਜਿਹੜੀ ਕਲੈਕਸ਼ਨ ਹੈ ਉਹ ਅੱਗੇ ਨਾਲੋਂ ਵਧੇਗੀ। ਉਹ ਇੱਕ ਸਿਸਟਮ ਹੈਗਾ ਜਿਹਨੂੰ ਲਿਆ ਕੇ, ਮੇਰਾ ਕਹਿਣ ਦਾ ਭਾਵ ਇਹ ਹੈ ਵੀ ਉਹ ਸਿਸਟਮ ਬਣਾਉਣ ਨੂੰ ਥੋੜ੍ਹਾ ਟਾਈਮ ਜ਼ਰੂਰ ਲੱਗਦਾ ਹੈਗਾ। ਅਸੀਂ ਕੋਈ ਆਪਣੇ ਪਰਿਵਾਰ ਦੇ ਵਿੱਚ ਛੋਟਾ ਮੋਟਾ ਕੰਮ ਕਰਨਾ ਹੋਵੇ, ਉਹਦੀ ਵੀ ਪਲੈਨਿੰਗ ਕਰਦੇ ਹਾਂ, ਤੁਸੀਂ ਆਫਿਸ ਬਣਾ ਰਹੇ ਹੋ, ਮੇਰੇ ਖਿਆਲ ਤੁਹਾਨੂੰ ਇਹ ਕਰਦੇ ਮਹੀਨਾ ਲੱਗ ਗਿਆ। ਜੇ ਆਪਾਂ ਇੰਨੇ ਛੋਟੇ ਜਿਹੇ ਕੰਮ ਨੂੰ 1 ਮਹੀਨਾ ਲੱਗ ਸਕਦਾ ਹੈ, ਤਾਂ ਸਰਕਾਰ ਪੂਰੇ ਪੰਜਾਬ ਦੀ ਚਲਾਉਣੀ ਉਹਨੂੰ ਦੇਖੋ ਥੋੜ੍ਹਾ ਟਾਈਮ ਤਾਂ ਚਾਹੀਦਾ ਹੀ ਹੈ। 6 ਮਹੀਨੇ ਤੋਂ ਲੈ ਕੇ 8 ਮਹੀਨੇ ਜਿਹੜੇ ਹੈ 9 ਮਹੀਨੇ ਮੇਰਾ ਖਿਆਲ ਉਹ ਸਭੀ ਹੈ। 2022 ਦੇ ਐਂਡ ਤੱਕ ਤੁਸੀਂ ਦੇਖੋਗੇ ਬਹੁਤ ਚੀਜ਼ਾਂ ਜਿਹੜੀਆਂ ਬਦਲ ਗਈਆਂ ਹੋਣਗੀਆਂ। ਬਲਾਚੌਰ ਇਲਾਕੇ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਬਲਾਚੌਰ ਇਲਾਕੇ ਦੀ ਜਿਹੜੀ ਗੱਲ ਹੈ, ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਇੱਕ ਬਲਾਚੌਰ ਹੀ ਹੈ ਜਿਹਦੇ 'ਚ ਅਸੀਂ ਸੀਟ ਜਿੱਤਣ 'ਚ ਕਾਮਯਾਬ ਹੋਏ ਹਾਂ, ਔਰ ਬਲਾਚੌਰ ਦੇ ਵਿੱਚ ਪਹਿਲਾਂ ਬਹੁਤ ਕਮੀਆਂ ਰਹੀਆਂ, ਔਰ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀ ਉਹ ਹਜੇ ਦੂਰ ਹੋਣ ਟਾਈਮ ਲੱਗਦਾ, ਔਰ ਥੋੜ੍ਹਾ ਟਾਈਮ ਪਏਗਾ, ਆਸਤਾ ਉਹ ਦੂਰ ਹੋਣਗੀਆਂ। ਤੁਸੀਂ ਦੇਖੋਗੇ ਕਿ ਬਾਕੀ ਸਰਕਾਰਾਂ ਜਿਹੜੀਆਂ ਹੈ, ਚਾਹੇ ਕਾਂਗਰਸ ਹੈ ਚਾਹੇ ਪਹਿਲਾਂ ਅਕਾਲੀ ਵੀ ਹੈ, ਜਦੋਂ ਲਾਸਟ ਡੇ ਜਿੱਦਣ ਕੋਡ ਆਫ ਕੰਡਕਟ ਲੱਗਦਾ ਹੈ ਉਸ ਦਿਨ ਲੈਟਰ ਇਸ਼ੂ ਕਰਦੇ ਹੁੰਦੇ ਆ, ਔਰ ਕਾਂਗਰਸ ਤਾਂ ਉਹ ਲੈਟਰ ਵੀ ਨਹੀਂ ਇਸ਼ੂ ਕਰ ਪਾਈ। ਉਹਨਾਂ ਨੇ ਭਰਤੀਆਂ ਦਾ ਪ੍ਰੋਸੈਸ ਲਗਭਗ ਨੇੜੇ ਲੈ ਜਾਂਦਾ ਸੀਗਾ, ਲੇਕਿਨ ਇੰਨਾ ਲੇਟ ਸ਼ੁਰੂ ਕੀਤਾ ਸੀਗਾ ਕਿ ਨਾ ਤਾਂ ਉਹ 1000 ਕਿੰਨੇ ਪਟਵਾਰੀ ਸੀਗੇ ਉਹਨਾਂ ਨੂੰ ਭਰਤੀ ਕਰ ਪਾਏ, ਨਾ ਹੀ 4500 ਤੋਂ ਉੱਪਰ ਪੁਲਿਸ ਦੀ ਭਰਤੀ ਸੀਗੀ ਉਹਨੂੰ ਉਹ ਜੁਆਇਨ ਕਰਾ ਪਾਏ, ਕਿਉਂਕਿ ਮੈਂ ਕਹਿੰਦਾ ਪੌਣੇ 5 ਸੁੱਤੇ ਰਹੇ, ਲੇਟ ਜਾਗੇ। ਪਰ ਸਾਡੀ ਪਾਰਟੀ ਦਾ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਉਹਨਾਂ ਨੇ ਆਉਂਦਿਆਂ ਹੀ ਜਿਹੜਾ ਇਹ ਪ੍ਰੋਸੈਸ ਸ਼ੁਰੂ ਕਰ ਦਿੱਤਾ, ਔਰ 1 ਹਫ਼ਤੇ ਦੇ ਵਿੱਚ ਕੱਲ੍ਹ ਮੈਂ ਸੁਣਿਆ ਸੀਗਾ ਸਾਡੇ ਐਜੂਕੇਸ਼ਨ ਮਿਨਿਸਟਰ ਦੀ ਕਿ 1 ਹਫ਼ਤੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟੀਚਰ ਹੈ ਉਹਨਾਂ ਨੂੰ ਲੈਟਰ ਜਿਹੜੇ ਇਸ਼ੂ ਹੋ ਜਾਣਗੇ। ਸੋ ਬਹੁਤ ਜਲਦੀ ਜਿਹੜਾ ਹੈ ਸਕੂਲਾਂ ਦੇ ਵਿੱਚ ਘਾਟ ਹੈ ਟੀਚਰਸ ਦੀ, ਔਰ ਹਸਪੀਟਲ ਦੇ ਵਿੱਚ ਜਿਹੜੀ ਘਾਟ ਹੈ, ਔਰ ਪੁਲਿਸ ਦੀ ਜਿਹੜੀ ਘਾਟ ਹੈ ਉਹ ਕਾਫੀ ਹੱਦ ਤੱਕ ਪੂਰੀ ਹੋ ਜਾਏਗੀ। ਜਿਵੇਂ ਕਿ ਆਪਾਂ ਦੇਖਦੇ ਹੈਗੇ ਹਾਂ, ਜਦੋਂ ਕਿਸਾਨਾਂ ਨੇ ਉਹਨਾਂ ਦੇ ਘਰ ਦੇ ਮੂਹਰੇ ਜਾ ਕੇ ਧਰਨਾ ਦਿੱਤਾ ਤਾਂ ਉਸ ਟਾਈਮ ਮਾਨ ਸਾਹਿਬ ਜਲਦੀ ਆਏ ਉਹਨਾਂ ਨੂੰ ਮਿਲਣ, ਸਮੱਸਿਆ ਦਾ ਹੱਲ ਵੀ ਹੋਇਆ। ਪਰ ਜਦੋਂ ਮਜ਼ਦੂਰ ਗਏ ਆ ਤਾਂ ਉਹਨਾਂ ਦੇ ਲਈ ਤਾਂ ਕਿਵੇਂ ਦੇਖਦੇ ਕਿ ਮਜ਼ਦੂਰ ਉਸ ਜਗ੍ਹਾ 'ਤੇ ਨਹੀਂ ਹੈਗੇ? ਨਹੀਂ ਐਸੀ ਕੋਈ ਗੱਲ ਨਹੀਂ, ਕਿਉਂਕਿ ਜਦੋਂ ਨਾਅਰਾ ਚੱਲਦਾ ਹੈ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਚੱਲਦਾ ਹੈ ਤਾਂ ਦੋਨੇ ਚੀਜ਼ਾਂ ਬਰਾਬਰ ਹੈ। ਕਿਸਾਨਾਂ ਲਈ ਕਿਉਂ ਨਹੀਂ? ਜਿਹੜੇ ਕਹਿੰਦਾ ਵੈਸੇ ਕਿਸਾਨ ਨਹੀਂ, ਕਿਸਾਨ ਮਜ਼ਦੂਰ ਏਕਤਾ ਜਿੱਥੇ ਤੁਸੀਂ ਦੇਖ ਰਹੇ ਹਾਂ ਇੱਥੇ ਜੇ
ਪਹਿਲਾਂ ਵੀ ਜਿਹੜਾ ਐਜੀਟੇਸ਼ਨ ਹੋਇਆ ਹੈ ਸਾਡੇ ਬਲਾਚੌਰ 2 ਪੁਆਇੰਟ ਸੀਗੇ, ਮਜਾਰੀ ਟੋਲ ਬਾਜਾ ਅਤੇ ਬਛੂਆ ਟੋਲ ਬਾਜਾ। ਸਾਰਾ ਜੋ ਕੁਛ ਹੋਇਆ ਉਹ ਇਕੱਠੇ ਹੋਇਆ, ਉਹਦੇ 'ਚ ਕਿਸਾਨ ਵੀ ਸੀਗੇ, ਮਜ਼ਦੂਰ ਵੀ ਸੀਗੇ। ਜਿਹੜੇ ਪਹਿਲਾਂ ਮਿਲਣ ਗਏ ਆ ਉਹ ਇਕੱਲੇ ਕਿਸਾਨ ਨਹੀਂ ਗਏ ਸੀ, ਨਾਲ ਮਜ਼ਦੂਰ ਵੀ ਗਏ ਸੀਗੇ ਅਤੇ ਉਹਨਾਂ ਨੂੰ ਮਿਲੇ ਹੈ, ਮਾਨ ਸਾਹਿਬ ਮਿਲੇ ਹੈ। ਕਈ ਵਾਰੀ ਕੋਈ ਕਿਤੇ ਗਿਆ ਹੋ ਸਕਦਾ ਜਾਂ ਉਹਨੂੰ ਮਿਲਣਾ, ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਮਿਲੇ ਨਹੀਂ ਹੈ। ਔਰ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਸਾਰੇ ਜਗ੍ਹਾ ਹੈਗੀ ਹੈ, ਸਾਰੀਆਂ ਭਰਤੀਆਂ ਦੀ ਹੈਗੀ ਹੈ। ਔਰ 26,000 ਸਮਥਿੰਗ ਜਿਹੜੀਆਂ ਉਹ ਪਹਿਲੇ ਕੱਢ ਚੁੱਕੇ ਹੈ, ਔਰ ਇਹਨਾਂ ਦੀ ਕੰਪਲੀਟ ਹੁੰਦੇ ਹੁੰਦੇ ਅਗਲੀਆਂ ਵੀ ਜਿਹੜੀਆਂ ਨੌਕਰੀਆਂ ਹੈ ਉਹ ਜਲਦੀ ਨਿਕਲ ਰਹੀਆਂ। ਔਰ ਜਿਹੜੇ ਸਫਾਈ ਕਰਮਚਾਰੀ ਹੈ ਜਾਂ ਹੋਰ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਬਹੁਤ ਜਲਦੀ ਸ਼ੁਰੂ ਹੋਏਗਾ, ਸਾਡੇ ਸਾਹਮਣੇ ਹੋਏਗਾ। ਪਿੱਛੇ ਜਿਹੇ ਜਿੱਦਾਂ ਕਹਿੰਦੇ ਸੀਗੇ ਵੀ ਚਿੱਟਾ ਬਹੁਤ ਹੈ ਜਾਂ ਕੋਈ ਹੋਰ ਨਸ਼ਾ, ਅਤੇ ਜਿਹੜਾ ਦਾਰੂ ਦਾ ਰੇਟ ਘਟਿਆ ਸੀਗਾ, ਲੋਕ ਤਾਂ ਇਹ ਕਹਿਣ ਲੱਗ ਪਏ ਸੀ ਹੁਣ ਨਸ਼ੇ ਨੂੰ ਲਾਤੇ ਲੋਕੀ, ਇਹਦਾ ਕੀ ਕਰਦੇ? ਦੇਖੋ, ਜੇ ਤੁਸੀਂ ਇਹ ਤਾਂ ਵਿਰੋਧੀ ਪਾਰਟੀ ਨੇ ਕੁਛ ਨਾ ਕੁਛ ਤਾਂ ਕਹਿਣਾ ਹੀ ਹੈ। ਤੁਸੀਂ ਕੀ ਸੋਚਦੇ ਹੋ? ਮੈਂ ਆਪਾਂ ਐਜ਼ ਏ ਲੇਮੈਨ ਗੱਲ ਕਰੀਏ, ਮੰਨ ਲਓ ਮੈਂ ਦਾਰੂ ਪੀਂਦਾ, ਮੈਂ 300 ਦੀ 400 ਦੀ ਰੋਜ਼ ਪੀਂਦਾ, ਮੈਨੂੰ ਹਾਫ ਰੇਟ 'ਤੇ ਮੇਰਾ 200 ਰੁਪਏ ਬਚਦਾ ਨਹੀਂ। ਇਹਨੂੰ ਕਿੱਦਾਂ ਕਹਿ ਸਕਦੇ ਤੁਸੀਂ ਲਾ ਦਿੱਤਾ? ਇਹ ਤਾਂ ਉਹਦੀ ਬੱਚਤ ਹੋਈ ਹੈ, ਉਹਨਾਂ ਨੂੰ ਸਸਤੀ ਮਿਲੀ ਹੈ। ਜਿਹੜੀ ਬਲੈਕ ਕਰਦੇ ਸੀਗੇ ਉਹ ਬਲੈਕ ਖਤਮ ਹੋਈ ਹੈ। ਜਿਹੜੇ ਠੇਕੇਦਾਰ ਬਹੁਤ ਜ਼ਿਆਦਾ ਪੈਸਾ ਵਿੱਚੋਂ ਕਮਾਉਂਦੇ ਸੀਗੇ ਉਹਨਾਂ ਦੀ ਵੀ ਲੋਕਾਂ ਨੂੰ ਫਾਇਦਾ ਮਿਲ ਗਿਆ। ਮੇਰੇ ਖਿਆਲ ਤੁਸੀਂ ਬੈਠ ਕੇ ਗੱਲ ਕਰੋਗੇ ਤਾਂ ਮੇਰੇ ਖਿਆਲ ਕੋਈ ਇਹ 'ਚ ਹੁਣ ਜਿਹੜੇ ਵਿਰੋਧੀ ਪਾਰਟੀਆਂ ਨੂੰ ਤਾਂ ਕੁਛ ਨਾ ਕੁਛ ਚਾਹੀਦਾ, ਉਹ ਤਾਂ ਹਰ ਚੀਜ਼ ਨੂੰ ਇੰਤਜ਼ਾਮ ਕਰਨਗੇ। ਲੇਕਿਨ ਮੇਰਾ ਖਿਆਲ ਅਗਰ ਆਨ ਜਨਰਲ ਦੇਖੋ ਤਾਂ ਉਹ ਸਸਤਾ ਕਰ ਲੈਣਾ ਕੋਈ ਗਨਾ ਤਾਂ ਨਹੀਂ। ਜਿਹੜੀ ਤੇਲ ਬਾਰੇ ਸਰ, ਡੀਜ਼ਲ ਬਾਰੇ ਜਾਂ ਪੈਟਰੋਲ ਬਾਰੇ ਦਾ ਕੋਈ ਇਹਨਾਂ ਦਾ ਆਪਣਾ ਕੋਈ ਹੈ ਇੱਦਾਂ ਦਾ ਕੋਈ ਪਲਾਨ ਸਸਤਾ ਹੋਣ ਦਾ? ਦੇਖੋ, ਇੱਕ ਤਾਂ ਗੱਲ ਹੈਗੀ ਹੈ ਕਿ ਜਿਹੜੀ ਪੈਟਰੋਲ ਜਾਂ ਡੀਜ਼ਲ ਹੈ ਇਹਦੀ ਜਿਹੜੀ ਰੇਟ ਹੈ ਇਹ ਇੰਟਰਨੈਸ਼ਨਲ ਮਾਰਕੀਟ ਦੇ ਉੱਪਰ ਡਿਪੈਂਡ ਕਰਦਾ, ਔਰ ਕੇਂਦਰ ਦੇ ਸਾਰਾ ਉਹਨਾਂ ਦੇ ਕੰਟਰੋਲ 'ਚ ਹੈ। ਠੀਕ ਹੈ ਜੀ। ਰਹੀ ਗੱਲ ਪੰਜਾਬ ਦੀ, ਤੁਸੀਂ ਦੇਖੋ ਜਦੋਂ ਇਹ ਕਾਂਗਰਸ ਜਾਣ ਲੱਗੀ ਹੈ, ਜਾਣ ਲੱਗਿਆ 10 ਰੁਪਏ ਜਿਹੜੀ ਐਕਸਾਈਜ਼ ਘਟਾਈ ਸੀਗੀ, ਉਹਦਾ ਅਲਟੀਮੇਟਲੀ ਉਹਦਾ ਰਿਜ਼ਲਟ ਕਦੋਂ ਆਇਆ? ਜਦੋਂ ਸਾਡੀ ਸਰਕਾਰ ਆਈ ਹੈ। ਉਹਦਾ ਮਾਲੀਆ ਤਾਂ ਉਹਨਾਂ ਨੂੰ ਘੱਟ ਮਿਲਿਆ ਨਾ, ਉਹਦਾ ਅਨਾਊਂਸ ਕਰ ਗਏ ਉਹ। ਲੇਕਿਨ ਜੇ ਅਨਾਊਂਸ ਕਰਨਾ ਸੀਗਾ ਤਾਂ ਪਹਿਲਾਂ ਕਰਦੇ ਨਾ, ਆਪਣੇ ਪੀਰੀਅਡ ਦੇ ਵਿੱਚ ਕਰਕੇ ਦਿਖਾਉਂਦੇ। ਕਿਉਂ ਲਾਸਟ ਮੌਕੇ ਦਾ ਕੀਤਾ? ਅਤੇ ਅਲਟੀਮੇਟਲੀ ਜੋ ਉਹ ਅਨਾਊਂਸ ਕਰ ਗਏ ਤਾਂ ਉਹਦਾ ਜਿਹੜਾ ਫਾਇਦਾ ਲੋਕਾਂ ਨੂੰ ਮਿਲਿਆ ਹੈਗਾ। ਅੱਜ ਜਿਹੜੀ ਟੈਕਸ ਕਲੈਕਸ਼ਨ ਤੋਂ 10 ਰੁਪਏ ਘੱਟ ਹੋ ਰਹੀ ਹੈ, ਉਹਦਾ ਮਤਲਬ ਕੇਅਰ ਕੌਣ ਕਰ ਰਹੀ ਹੈ? ਸਰਕਾਰ। ਆਮ ਆਦਮੀ ਪਾਰਟੀ ਨੂੰ ਜਾ ਰਿਹਾ ਨਾ, ਉਹਦੀ ਲਿਮਿਟ ਹੈ, ਤੁਸੀਂ ਲਿਮਿਟ ਤਾਂ ਵੀ ਕਰ ਸਕਦੇ ਹੋ ਨਾ। ਜਿਹੜੀ ਸੰਗਰੂਰ ਦੀ ਸੀਟ ਸਿਮਰਨਜੀਤ ਸਿੰਘ ਮਾਨ ਜੀ ਜਿੱਤੇ ਆ, ਜਿਹੜੀਆਂ ਦੂਜੀਆਂ ਪਹਿਲਾਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਰਹੀਆਂ ਪਾਰਟੀਆਂ ਅਕਾਲੀ ਅਤੇ ਕਾਂਗਰਸ ਜਿੱਦਾਂ ਕਹਿ ਲਈਏ, ਉਹ ਬਹੁਤ ਜ਼ਿਆਦਾ ਖੁਸ਼ ਹੈ, ਪਰ ਜਿੱਤੇ ਤਾਂ ਉਹ ਹੈ ਨਹੀਂ, ਕਈ ਦੀ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ। ਦੇਖੋ ਰਾਮਲਾ ਜੀ, ਇੱਕ ਮੈਨੂੰ ਕਹਾਣੀ ਯਾਦ ਆਉਂਦੀ ਹੈ। ਕਿਸੇ ਨੇ ਰੱਬ ਕੋਲੋਂ ਮੰਗਿਆ ਕਿ ਵਿਰੋਧ ਮੈਨੂੰ ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਉਹ ਕਹਿੰਦਾ ਮੈਂ ਦੇ ਦਾਂਗਾ, ਜਿੰਨਾ ਤੈਨੂੰ ਦੇਵਾਂਗਾ ਤੇਰੇ ਬਹੁਤ ਜਿਹਾ ਡਬਲ ਦਊਂਗਾ। ਉਹ ਕਹਿੰਦਾ ਜੀ ਮੇਰੀ ਇੱਕ ਅੱਖ ਚੱਲ ਜਾਏ, ਭੰਨ ਹੋ ਜਾਏ। ਉਹ ਕਹਿੰਦਾ ਕਿਉਂ? ਕਹਿੰਦਾ ਉਹਦੀ ਦੋਵੇਂ ਭੰਨ ਹੋ ਜਾਣੀਆਂ, ਉਹਨੂੰ ਦਿਖਣਾ ਬੰਦ ਹੋਏਗਾ। ਸਾਰੀਆਂ ਪਾਰਟੀ ਨੇ ਸੀਗਾ ਕਿ ਆਮ ਆਦਮੀ ਪਾਰਟੀ ਹਾਰ ਜਾਏ, ਉਹਨਾਂ ਦਾ ਧਿਆਨ ਆਮ ਆਦਮੀ ਪਾਰਟੀ ਹਾਰਨ 'ਤੇ ਸੀਗਾ, ਲੇਕਿਨ ਆਪਣਾ ਭੁੱਲ ਗਏ ਕਿ ਅਸੀਂ ਕਿੱਥੇ ਜਾ ਰਹੇ ਹਾਂ। ਤੁਸੀਂ ਆਪਣਾ ਇੱਕ ਵਾਰੀ ਮੈਂ ਉਹ ਗੱਲ ਕਹੀ ਸੀਗੀ ਵੀ ਆਪਣੇ ਮਨ ਥੱਲੇ ਝਾੜੂ ਫੇਰ ਕੇ ਦੇਖੋ, ਸੋਟੀ ਫੇਰ ਕੇ ਦੇਖੋ, ਕਿੱਥੇ ਖੜ੍ਹੇ ਹੋ ਅੱਜ, ਤੁਹਾਡਾ ਗ੍ਰਾਫ ਕਿੱਥੋਂ ਕਿੱਥੇ ਆ ਗਿਆ। 3-3 ਲੱਖ ਵੋਟ ਤੁਸੀਂ ਹਜ਼ਾਰਾਂ ਦੀ ਗਿਣਤੀ ਜਾ ਗਏ। ਉਹਨਾਂ ਨੂੰ ਚਿੰਤਾ ਕਰਨੀ ਚਾਹੀਦੀ। ਆਮ ਆਦਮੀ ਪਾਰਟੀ 2% ਘਟੀ ਹੈ, ਉਹ ਜਿਹੜਾ ਹੱਲਾ ਗੁੱਲਾ ਪਿਆ ਇਹ ਠੀਕ ਹੋ ਜਾਏਗਾ, ਇਹਦੀ ਕੋਈ ਬਹੁਤੀ ਘਬਰਾਉਣ ਵਾਲੀ ਗੱਲ ਨਹੀਂ ਹੈ। ਚਲੋ, ਇਹਨਾਂ ਪਾਰਟੀਆਂ ਸੋਚਣ ਦੀ ਲੋੜ ਹੈ ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋਈ ਹੈ, ਜਿਹੜੇ ਜਿੱਤਣ ਦੇ ਦਾਅਵੇ ਕਰਦੇ ਸੀਗੇ। ਮੈਂ 2-3 ਦਿਨ ਪਹਿਲਾਂ ਰਾਜੇ ਵੜਿੰਗ ਦਾ ਬਿਆਨ ਪੜ੍ਹਿਆ। ਉਹ ਕਹਿੰਦੇ ਜਿੱਦਾਂ ਕੇਜਰੀਵਾਲ ਨੇ ਲਿਖ ਕੇ ਦਿੱਤਾ ਸੀਗਾ 2 ਸੀਟਾਂ ਹਾਰ ਰਿਹਾ, ਕਹਿੰਦੇ ਮੈਂ ਲਿਖ ਕੇ ਦਿੰਦਾ ਕਿ ਆਮ ਆਦਮੀ ਪਾਰਟੀ ਹਾਰ ਰਹੀ ਹੈ। ਉਹਨੇ ਇਹ ਨਹੀਂ ਕਿਹਾ ਵੀ ਅਸੀਂ ਸਾਡੀ ਜਿੱਤ ਰਹੀ ਹੈ, ਕਹਿੰਦਾ ਆਮ ਆਦਮੀ ਪਾਰਟੀ ਹਾਰ ਰਹੀ ਹੈ। ਚਲੋ ਆਮ ਆਦਮੀ ਪਾਰਟੀ ਤਾਂ 7000 ਵੋਟ 'ਤੇ ਹਾਰ ਗਈ ਲਗਭਗ, ਲੇਕਿਨ ਚੈੱਕ ਕਰਨ ਆਪ ਤੁਹਾਡਾ ਗ੍ਰਾਫ ਕਿੱਥੋਂ ਕਿੱਥੇ ਪਹੁੰਚ ਗਿਆ। ਉਹ ਜੇ ਆਮ ਆਦਮੀ ਪਾਰਟੀ ਦੀ ਵੋਟ ਘਟੀ ਹੈ, ਕਿਆ ਤੁਹਾਨੂੰ ਹੋਈ ਹੈ? ਤੁਹਾਡੀ ਵੋਟ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਕਨਵਰਟ ਹੋ ਗਈ। ਔਰ ਤੁਸੀਂ ਆਪਣਾ ਸੋਚੋ ਤੁਹਾਡਾ ਆਉਣ ਵਾਲੇ ਟਾਈਮ 'ਤੇ ਕੀ ਬਣ ਰਿਹਾ ਹੈ। ਇੱਕ ਪਹਿਲਾਂ ਕਹਾਵਤ ਹੈਗੀ ਹੈ ਕਿ ਕਾਂਗਰਸ ਮੁਕਤ ਭਾਰਤ। ਮੇਰਾ ਖਿਆਲ ਹੈ ਕਾਂਗਰਸ ਬਹੁਤ ਜਲਦੀ ਉਹਦੇ ਵੱਲ ਵੱਧ ਰਹੀ ਹੈ, ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਸਤਾ ਆਸਤਾ ਬਾਕੀ ਸਟੇਟਾਂ ਦੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਅੱਜ ਦੀ ਡੇਟ ਦੇ ਵਿੱਚ ਕਾਂਗਰਸ ਜਿਹੜੀ ਮੇਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਾਜ ਕੀਤਾ, ਅੱਜ 2 ਸਟੇਟਾਂ 'ਚ ਰਹਿ ਗਈ ਹੈ, ਉਹ ਵੀ ਇਹਨਾਂ ਦੀ ਫੁੱਲ ਮੈਜੋਰਟੀ ਨਹੀਂ ਹੈ। ਆਮ ਆਦਮੀ ਪਾਰਟੀ ਦੀ 2 ਰਾਜਾਂ ਦੇ ਵਿੱਚ ਹੈਗੀ ਹੈ, ਦਿੱਲੀ ਦੇ ਵਿੱਚ ਹੈਗੀ ਹੈ ਔਰ ਪੰਜਾਬ ਦੇ ਵਿੱਚ ਹੈਗੀ ਹੈ। ਟੋਟਲ ਫੁੱਲ ਮੈਜੋਰਟੀ ਦੇ ਨਾਲ ਜਿਹੜੀ ਸਰਕਾਰ ਹੈਗੀ ਹੈ, ਔਰ ਉਹਨਾਂ ਦੇ ਜਿਹੜੇ ਪ੍ਰਭਾਵ ਹੈ ਬਾਕੀ ਸੂਬਿਆਂ ਦੇ ਵਿੱਚ ਵੀ ਜਾ ਰਿਹਾ। ਔਰ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਪੈਰ ਪਸਾਰੀ ਹੈ, ਕਾਂਗਰਸ ਦਾ ਤਾਂ ਸਫਾਇਆ ਹੁੰਦਾ ਜਾ ਰਿਹਾ। ਐਟ ਲਾਸਟ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸੰਗਰੂਰ ਦੀ ਸੀਟ ਹਰੇ ਹੈ, ਪਰ ਫਿਰ ਵੀ
ਹੌਸਲੇ ਬੁਲੰਦ ਹੈ, ਕੀ ਕਹਿਣਾ ਚਾਹੁੰਦੇ ਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਥੋੜ੍ਹੀ ਜਿਹੀ ਪੇਸ਼ੈਂਸ ਰੱਖੋ। ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਹੋਣਗੇ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਅੱਜ ਤੱਕ ਦੇ ਜੋ ਹੁਣ ਤੱਕ ਦਾ ਜਿੰਨਾ ਕਿ ਉਹਨਾਂ ਨੇ ਫੈਸਲੇ ਲਏ ਹੈ ਉਹ ਫੈਸਲੇ ਲਏ ਹੈ ਜਿਹੜੇ ਕਿ ਸਰਕਾਰਾਂ ਪਹਿਲਾਂ ਬਿਲਕੁਲ ਨਹੀਂ ਲੈ ਸਕੀਆਂ, ਚਾਹੇ ਉਹ ਪੈਨਸ਼ਨ ਦਾ ਹੈਗਾ, ਚਾਹੇ ਨੌਕਰੀਆਂ ਦੇਣ ਦਾ ਪ੍ਰੋਸੈਸ ਸ਼ੁਰੂ ਕਰਨ ਦਾ ਹੈਗਾ, ਚਾਹੇ ਹੋਰ ਕਾਫੀ ਤਰ੍ਹਾਂ ਦੇ ਵਧੀਆ ਫੈਸਲੇ ਲਏ ਹੈ। MSP ਦੀ ਸ਼ੁਰੂਆਤ ਕੀਤੀ ਹੈ ਜਿਹੜੀ ਕਿ ਪਹਿਲਾਂ ਅੱਜ ਤੱਕ ਹੋਈ ਨਹੀਂ ਹੈ। ਸੋ ਬਹੁਤ ਡੇਅਰਿੰਗ ਫੈਸਲੇ ਲਏ ਹੈ। ਹੁਣ ਉਹ ਫੈਸਲੇ ਲੈਣ ਦੇ ਲਈ ਕੀ ਹੈ, ਮਾਲੀਆ ਚਾਹੀਦਾ, ਮਾਲੀਆ ਦੇ ਲਈ ਪਲੈਨਿੰਗ ਹੋਣੀ ਹੈ, ਤਾਂ ਉਹਨੂੰ ਥੋੜ੍ਹਾ ਟਾਈਮ ਵੀ ਲੱਗੇਗਾ। ਇਸ ਕਰਕੇ ਥੋੜ੍ਹਾ ਟਾਈਮ ਦਿਓ, ਥੋੜ੍ਹਾ ਸਬਰ ਰੱਖੋ। ਜੋ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਉਹ ਸਾਰੇ ਵਾਅਦੇ ਜਿਹੜੇ ਉਹ ਪੂਰੇ ਹੋਣਗੇ। ਸੋ ਧੰਨਵਾਦ ਸਰ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸੋ ਇਹ ਸਨ ਸਾਡੇ ਨਾਲ ਸਤਨਾਮ ਜਲਾਲਪੁਰ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਸੰਗਰੂਰ ਦੀ ਸੀਟ ਨੂੰ ਲੈ ਕੇ। ਹਾਰੇ ਜ਼ਰੂਰ ਹੈ ਪਰ ਹੌਸਲੇ ਬੁਲੰਦ ਹੈਗੇ ਆ। ਉਹ ਕਹਿੰਦੇ ਆ ਕਿ ਨੈਕਸਟ ਟਾਈਮ ਫਿਰ ਦੇਖਾਂਗੇ। ਸੋ ਬਣੇ ਰਹੋ ਸਾਡੇ ਨਾਲ। ਮੈਨੂੰ ਤੇ ਮੇਰੇ ਜਸਵਿੰਦਰ ਸਾਥੀ ਤੇ ਸਤਨਾਮ ਜੀ ਨੂੰ ਦਿਓ ਇਜਾਜ਼ਤ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ।